इल्जाम लगा रही है गुरुद्वारा प्रबंधक कमेटी। जिस गुरुद्वारा साहब दे विच ब्याह या कहिए कि लावां पढ़ाईਆਂ गईਆਂ सी, ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਗੁਰੂ ਘਰ ਨੂੰ ਆਪਣੇ ਦਾਇਰੇ ਦੇ ਵਿੱਚ ਲੈਣ ਦੀ ਕੋਸ਼ਿਸ਼ ਐਸਜੀਪੀਸੀ ਦੇ ਵੱਲੋਂ ਕੀਤੀ ਜਾ ਰਹੀ ਹੈ। ਐਸਜੀਪੀਸੀ ਦੇ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ। ਗੁਰੂ ਘਰ ਦੇ ਵਿੱਚ ਕਿਸੇ ਦੀ ਵੀ ਦਖਲਅੰਦਾਜ਼ੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਮਾਮਲੇ 'ਚ ਹੁਣ ਤੱਕ ਜਥੇਦਾਰ ਸਾਹਿਬ ਦੇ ਲਿਖਤੀ ਹੁਕਮ ਸਾਨੂੰ ਨਹੀਂ ਮਿਲੇ ਨੇ। ਮਾਮਲੇ 'ਚ ਗ੍ਰੰਥੀ ਸਿੰਘ ਤੇ ਰਾਗੀ ਸਿੰਘਾਂ ਨੂੰ ਬਰਖਾਸਤ ਕੀਤਾ ਗਿਆ ਸੀ। ਪੂਰਾ ਮਾਮਲਾ ਤੁਹਾਨੂੰ ਦੱਸੀਏ ਕੀ ਹੈ। ਦਰਅਸਲ ਬੀਤੇ ਦਿਨੀ ਬਠਿੰਡਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ 2 ਕੁੜੀਆਂ ਦੇ ਆਨੰਦ ਕਾਰਜ ਕਰਵਾ ਦਿੱਤੇ ਗਏ, ਜਿਸ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਹੁਕਮ ਜਾਰੀ ਕੀਤਾ ਤੇ ਗ੍ਰੰਥੀ ਅਤੇ ਰਾਗੀ ਸਿੰਘਾਂ ਦੇ ਗੁਰੂ ਘਰਾਂ ਦੇ ਵਿੱਚ ਕੰਮਕਾਜ ਦੇ ਉੱਤੇ ਰੋਕ ਲਗਾ ਦਿੱਤੀ, ਜਿਨ੍ਹਾਂ ਦੇ ਵੱਲੋਂ ਉੱਥੇ ਇਹ ਲਾਵਾਂ ਪੜਵਾਈਆਂ ਗਈਆਂ ਸੀ। ਹੁਣ 2 ਕੁੜੀਆਂ ਦਾ ਆਪਸ ਦੇ ਵਿੱਚ ਵਿਆਹ ਹੋਇਆ, ਉਸ ਨੂੰ ਲੈ ਕੇ ਪੂਰਾ ਵਿਵਾਦ ਹੈ। ਪਰ ਸਵਾਲ ਇਹ ਹੈ ਕਿ ਵਾਕਈ ਹੀ ਇਸ ਨੂੰ ਲੈ ਕੇ ਹੁਣ ਤੱਕ ਜਥੇਦਾਰ ਸਾਹਿਬ ਦੇ ਆਦੇਸ਼ ਨਹੀਂ ਪਹੁੰਚੇ। ਪਰ ਦੂਜੇ ਪਾਸੇ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਰਾਗੀ ਸਿੰਘਾਂ ਦੇ ਉੱਤੇ ਇਲਜ਼ਾਮ ਲੱਗੇ ਨੇ, ਉਸ ਗੁਰਦੁਆਰਾ ਸਾਹਿਬ ਦੇ ਵਿੱਚ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਪ੍ਰਬੰਧਕਾਂ ਦੇ ਵੱਲੋਂ ਕਿ ਐਸਜੀਪੀਸੀ ਇਸ ਪੂਰੇ ਮਾਮਲੇ 'ਚ ਦਖਲਅੰਦਾਜ਼ੀ ਕਰ ਰਹੀ ਹੈ। ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਐਸਜੀਪੀਸੀ ਦੇ ਅਧੀਨ ਨਹੀਂ ਆਉਂਦਾ। ਬਹੁਤ ਸਾਰੇ ਗੁਰਦੁਆਰਾ ਸਾਹਿਬ ਅਜਿਹੇ ਨੇ ਪੰਜਾਬ ਦੇ ਵਿੱਚ ਜੋ ਐਸਜੀਪੀਸੀ ਦੇ ਅਧੀਨ ਨਹੀਂ ਆਉਂਦੇ। ਉੱਥੇ ਦੀਆਂ ਸਥਾਨਕ ਕਮੇਟੀਆਂ ਬਣੀਆਂ ਹੁੰਦੀਆਂ ਨੇ, ਪ੍ਰਬੰਧਕ ਹੁੰਦੇ ਨੇ, ਜਿਨ੍ਹਾਂ ਦੇ ਵੱਲੋਂ ਉਸ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇਖੇ ਜਾਂਦੇ ਨੇ। ਇਸ ਤਰੀਕੇ ਨਾਲ ਹੀ ਬਠਿੰਡਾ ਦੇ ਵਿੱਚ ਵੀ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ ਉੱਥੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ। ਦਰਅਸਲ ਐਸਜੀਪੀਸੀ ਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਕਿ ਐਸਜੀਪੀਸੀ ਆਪਣੇ ਅਧੀਨ ਇਸ ਗੁਰਦੁਆਰਾ ਸਾਹਿਬ ਨੂੰ ਲੈ ਕੇ ਆਉਣਾ ਚਾਹੁੰਦੀ ਹੈ। ਇਸ ਕਰਕੇ ਪੂਰਾ ਵਿਵਾਦ ਹੋ ਰਿਹਾ। ਇਸ ਕਰਕੇ ਹੀ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ। ਪਰ ਦੂਜੇ ਪਾਸੇ ਕਿਉਂਕਿ ਤੁਸੀਂ ਕਹਿ ਸਕਦੇ ਹੋ ਕਿ ਜਥੇਦਾਰ ਸਾਹਿਬ ਦਾ ਆਦੇਸ਼ ਤਾਂ ਸਭ ਦੇ ਲਈ ਸਭ ਤੋਂ ਉੱਤੇ ਹੈ, ਤੇ ਇਸ ਕਰਕੇ ਜਿਹੜੇ ਕਮੇਟੀ ਦੇ ਮੈਂਬਰ ਨੇ ਜਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਉਹ ਕਹਿ ਰਹੇ ਨੇ ਕਿ ਲਿਖਤੀ ਤੌਰ ਦੇ ਉੱਤੇ ਸਾਡੇ ਕੋਲ ਹੁਣ ਤੱਕ ਕੋਈ ਵੀ ਜਥੇਦਾਰ ਸਾਹਿਬ ਦਾ ਆਦੇਸ਼ ਨਹੀਂ ਪਹੁੰਚਿਆ। ਗ੍ਰੰਥੀ ਸਿੰਘਾਂ ਤੋਂ ਗਲਤੀ ਹੋ ਗਈ ਸੀ, ਜੋ ਸਿੱਖ ਮਰਿਆਦਾ ਸਹਿਤ ਗਲਤ ਸੀਗੀ, ਤੇ ਉਹ ਕਮੇਟੀ ਉਸ ਤੋਂ ਅਣਜਾਣ ਰੱਖੀ ਗਈ ਸੀ ਤੇ ਅਸੀਂ ਇਸ ਕਰਕੇ ਮਤਾ ਪਾਇਆ ਸਿੰਘ ਕਮੇਟੀ ਨੂੰ ਨਾਲ ਲਿਆ, ਮੁਹੱਲੇ ਨਾਲ ਲੈ ਕੇ ਅਸੀਂ ਸਿੰਘਾਂ ਨੂੰ ਬਰਖਾਸਤ ਕੀਤਾ, ਰਾਗੀ ਸਿੰਘਾਂ ਨੂੰ ਬਰਖਾਸਤ ਕਰਤਾ ਸੀ। ਤੇ ਪਰ ਸਾਡੇ ਉੱਤੇ ਫਿਰ ਵੀ ਕਿਸੇ ਸੰਸਥਾ ਦਾ ਹੀ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਕਿ ਇਹ ਸਾਡੇ ਅੰਦਰ ਕੀਤਾ ਜਾਵੇ ਗੁਰਦੁਆਰਾ। ਇਸ ਲਈ ਅਸੀਂ ਮੁਹੱਲੇ ਸਾਰਾ ਇਕੱਠ ਕੀਤਾ ਕਿ ਮੁਹੱਲੇ ਨੇ ਪਹਿਲਾਂ ਗੁਰੂ ਘਰ ਤਿਆਰ ਕੀਤਾ ਸਾਰਾ ਰਲ ਮਿਲ ਕੇ, ਅਸੀਂ ਰਲ ਮਿਲ ਕੇ ਸੰਗਤ ਸੇਵਾ ਨਿਭਾ ਰਹੀ ਹੈ ਤੇ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਇੱਥੇ ਕੋਈ ਨਹੀਂ ਦਿੱਤਾ ਜਾਵੇਗਾ। ਪ੍ਰਬੰਧ ਮੁਹੱਲੇ ਦੇ ਕਮੇਟੀ ਕੋਲ ਰਹੇਗਾ ਜੀ। ਹਜੇ ਤੱਕ ਸਾਡੇ ਕੋਲ ਇਹੋ ਜਿਹਾ ਕੋਈ ਨੋਟਿਸ ਨਹੀਂ ਆਇਆ ਜੀ। ਤੇ ਬਾਕੀ ਅਸੀਂ ਜਥੇਦਾਰ ਸਾਹਿਬ ਨੂੰ ਮਿਲਾਂਗੇ ਵੀ ਜੋ ਸਾਨੂੰ ਜੇ ਕੋਈ ਸੇਵਾ ਲਾਉਣਗੇ ਤਾਂ ਅਸੀਂ ਖਿੜੇ ਮੱਥੇ ਮਨਜ਼ੂਰ ਕਰਾਂਗੇ ਜੀ। ਤਾਂ ਪ੍ਰਬੰਧਕਾਂ ਦੇ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਹੈ ਐਸਜੀਪੀਸੀ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਐਸਜੀਪੀਸੀ ਆਪਣੇ ਅਧੀਨ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲੈ ਕੇ ਆਉਣਾ ਚਾਹੁੰਦੀ ਹੈ। ਇਸ ਕਰਕੇ ਇਸ ਤਰੀਕੇ ਨਾਲ ਉੱਥੇ ਦਬਾਅ ਪਾਇਆ ਜਾ ਰਿਹਾ ਹੈ ਜਾਂ ਫਿਰ ਬਿਆਨ ਦਿੱਤੇ ਜਾ ਰਹੇ ਨੇ। ਪਰ ਦੂਜੇ ਪਾਸੇ ਇਹ ਘਟਨਾਕ੍ਰਮ ਉੱਥੇ ਵਾਪਰਿਆ ਹੈ। ਜਥੇਦਾਰ ਸਾਹਿਬ ਦੇ ਵੱਲੋਂ ਵੀ ਬੜੇ ਕਰੜੇ ਸ਼ਬਦਾਂ ਦੇ ਵਿੱਚ ਇਸ ਪੂਰੇ ਮਾਮਲੇ ਦੇ ਉੱਤੇ ਆਪਣਾ ਬਿਆਨ ਜਾਰੀ ਕੀਤਾ ਗਿਆ ਸੀ। ਰੁਕ ਕਰਦੇ ਹਾਂ। ਸਾਡੇ ਸਹਿਯੋਗੀ ਇਸ ਸਮੇਂ ਬਠਿੰਡਾ ਤੋਂ ਸੂਰਜ ਭਾਨ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ। ਸੂਰਜ, ਕੀ ਕੁਝ ਇਸ ਸਮੇਂ ਸਥਿਤੀ? ਲਿਖਤੀ ਆਰਡਰ ਨਹੀਂ ਪਹੁੰਚੇ, ਪੁਆਇੰਟ ਨੰਬਰ 1, ਤੇ ਦੂਜਾ ਐਸਜੀਪੀਸੀ ਕਿਵੇਂ ਦਬਾਅ ਪਾ ਰਹੀ ਹੈ, ਕੀ ਕੁਝ ਕਹਿਣਾ ਪ੍ਰਬੰਧਕਾਂ ਦਾ? ਬਿਲਕੁਲ, ਜਿਹੜੇ ਪ੍ਰਬੰਧਕ ਸੀ ਉਹਨਾਂ ਪ੍ਰਬੰਧਕਾਂ ਨੇ ਜਾਂ ਮੁਹੱਲੇ ਦੇ ਲੋਕਾਂ ਨੇ ਇੱਕ ਕਾਫੀ ਵੱਡੀ ਮੀਟਿੰਗ ਬੁਲਾਈ ਹੈ। ਸਾਰੇ ਲੋਕ ਇਕੱਠਾ ਹੋਏ ਨੇ ਔਰ ਉਹਨਾਂ ਲੋਕਾਂ ਨੇ ਇਹ ਤਰਕ ਦਿੱਤਾ ਹੈ ਕਿ ਗੁਰਦੁਆਰਾ ਸਾਹਿਬ ਐਸਜੀਪੀਸੀ ਦੇ ਅੰਦਰ ਨਹੀਂ। ਅਸੀਂ ਸਾਰੇ ਨੇ ਇਕੱਠਾ ਹੋ ਕੇ ਆਪਦੀ ਮਿਹਨਤ ਦੇ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਸੁਸ਼ੋਭਿਤ ਇਸ ਜਗ੍ਹਾ ਦੇ ਉੱਪਰ ਕੀਤਾ ਹੋਇਆ। ਤਾਂ ਕਰਕੇ ਉਹਨਾਂ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਐਲੀਗੇਸ਼ਨ ਲਾਏ ਨੇ ਕਿ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਕੁਝ ਲੋਕਾਂ ਵੱਲੋਂ ਕਿ ਇਹ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਹੈ ਉਹ ਸ਼੍ਰੋਮਣੀ ਕਮੇਟੀ ਕਰੇ। ਤਾਂ ਕਰਕੇ ਉਹਨਾਂ ਨੇ ਮਤਾ ਵੀ ਪਾਇਆ ਔਰ ਇਹ ਗੱਲ ਇਹਨਾਂ ਨੇ ਜ਼ਰੂਰ ਮੰਨੀ ਹੈ ਕਿ ਜੋ ਵੀ ਸਾਨੂੰ ਸਿੱਖ ਪੰਥ ਸਜ਼ਾ ਲਾਏਗਾ ਜਾਂ ਅਕਾਲ ਤਖਤ ਵੱਲੋਂ ਜੋ ਵੀ ਸਾਨੂੰ ਸਜ਼ਾ ਲਾਈ ਜਾਏਗੀ, ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹਾਂ। ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਬੇਨਿਜ਼ਮੀਆਂ ਜ਼ਰੂਰ ਹੋਈਆਂ ਨੇ ਔਰ ਕਮੇਟੀ ਨੇ ਵੀ ਕਿਹਾ ਕਿ ਸਾਡੀ ਨੌਲੇਜ ਤੋਂ ਬਾਹਰ ਹੋਈ ਸੀ ਉਹ ਸ਼ਾਦੀ ਜੋ 2 ਲੜਕੀਆਂ ਦੀ ਹੋਈ ਸੀ, ਉਸ ਨੂੰ ਲੈ ਕੇ ਅਸੀਂ ਕਿਸੇ ਤਰ੍ਹਾਂ ਦੀ ਵੀ ਜੋ ਸਜ਼ਾ ਜਥੇਦਾਰ ਸਾਹਿਬ ਲਾਉਣਗੇ ਉਹ ਭੁਗਤਣ ਨੂੰ ਤਿਆਰ ਹਾਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਦਾਰ ਸਾਹਿਬ ਨੂੰ ਮਿਲਣ ਦਾ ਪ੍ਰੋਗਰਾਮ ਕਹਿ ਰਹੇ ਨੇ। ਪਰ ਵੱਡੀ ਗੱਲ ਇਹੀ ਕਹੀ ਗਈ ਹੈ ਕਿ ਸਾਡੇ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਕੁਝ ਲੋਕਾਂ ਵੱਲੋਂ ਕਮੇਟੀ ਦੇ ਅੰਡਰ ਇਸ ਗੁਰਦੁਆਰਾ ਸਾਹਿਬ ਨੂੰ ਕਰਨ ਦੀ ਗੱਲ ਕੀਤੀ ਜਾ ਰਹੀ। ਤਾਂ ਕਰਕੇ ਉਸ ਮੁਹੱਲੇ ਦੇ ਲੋਕ ਇਕੱਠਾ ਹੋਏ ਨੇ, ਇਕੱਠਾ ਹੋ ਕੇ ਬਕਾਇਦਾ ਮਤਾ ਪਾਇਆ ਗਿਆ। ਪਰ ਦੂਸਰੇ ਪਾਸੇ ਜਿਹੜੇ ਲੋਕ ਪਹਿਲਾਂ ਇਸ ਦੇ ਵਿੱਚ ਦੋਸ਼ੀ ਪਾਏ ਗਏ ਸੀ, ਚਾਹੇ ਉਹ ਗ੍ਰੰਥੀ ਸਿੰਘ ਹੋਣ ਚਾਹੇ ਕੀਰਤਨ ਕਰਨ ਵਾਲੇ ਸਿੰਘ ਹੋਣ, ਉਹਨਾਂ ਨੂੰ ਇਸ ਗੁਰਦੁਆਰਾ ਸਾਹਿਬ ਤੋਂ ਬਰਖਾਸਤ ਜ਼ਰੂਰ ਕਰ ਦਿੱਤਾ ਗਿਆ ਜੀ। ਠੀਕ ਹੈ, ਇੱਕ ਤਾਂ ਪੂਰਾ ਵਿਵਾਦ ਹੋ ਗਿਆ। ਜਿਹੜਾ ਕੁੜੀਆਂ ਦਾ ਵਿਆਹ ਕਰਵਾਇਆ ਗਿਆ ਆਪਸ ਦੇ ਵਿੱਚ ਸੂਰਜ, ਕਿ ਉਸ ਨੂੰ ਲੈ ਕੇ ਵੀ ਕੋਈ ਟਿੱਪਣੀ ਕੀਤੀ ਜਾ ਰਹੀ ਹੈ ਇਹਨਾਂ ਪ੍ਰਬੰਧਕਾਂ ਦੇ ਵੱਲੋਂ ਕਿ ਉਹ ਗਲਤੀ ਹੋਈ
ਜਾਂ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਜੋ ਕਦਮ ਚੁੱਕਿਆ ਠੀਕ ਸੀ ਉਸ ਨੂੰ ਲੈ ਕੇ? ਉਹ ਤੱਕ ਸਾਹਮਣੇ ਆ ਰਹੇ ਉਸ ਦੇ ਵਿੱਚ ਗੌਰਵ। ਪਹਿਲਾ ਤਰਕ ਤਾਂ ਇਹ ਹੈ ਕਿ ਇੱਕ ਪਾਸੇ ਕੋਰਟ ਦਾ ਹਵਾਲਾ ਦਿੱਤਾ ਜਾਂਦਾ ਹੈ, ਕਾਨੂੰਨ ਦੀ ਗੱਲ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦਾ ਤਰਕ ਹੈ ਉਹਨਾਂ ਦੇ ਸਾਹਮਣੇ ਆਇਆ, ਪਰ ਦੂਸਰੇ ਪਾਸੇ ਕਿ ਸਿੱਖ ਮਰਿਆਦਾ ਦੀ ਗੱਲ ਕੀਤੀ ਜਾਵੇ ਤਾਂ ਸਿੱਖ ਮਰਿਆਦਾ ਦੇ ਹਿਸਾਬ ਦੇ ਨਾਲ ਜਿਹੜੇ ਉਸ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਸਿੱਧੇ ਤੌਰ ਤੇ ਆਪਦੀ ਗਲਤੀ ਮੰਨੀ ਹੈ, ਔਰ ਬੇਸ਼ੱਕ ਇਹ ਵੀ ਕਿਹਾ ਹੈ ਕਿ ਸਾਡੇ ਕਮੇਟੀ ਦੀ ਨੌਲੇਜ ਦੇ ਵਿੱਚ ਨਹੀਂ ਸੀਗਾ, ਇਹ ਜਿਹੜਾ ਸ਼ਾਦੀ ਦਾ ਪ੍ਰੋਗਰਾਮ ਹੋਣ ਵਾਲਾ ਸੀ ਉਹ ਕਮੇਟੀ ਦੀ ਨੌਲੇਜ ਦੇ ਵਿੱਚ ਨਹੀਂ ਸੀਗਾ, ਸਾਨੂੰ ਗੁੰਮਰਾਹ ਕਰਕੇ ਜਾਂ ਸਾਨੂੰ ਸਾਈਡ ਤੇ ਕਰਕੇ ਪ੍ਰੋਗਰਾਮ ਕੀਤਾ ਗਿਆ, ਤਾਂ ਕਰਕੇ ਉਹਨਾਂ ਜਿਹੜੇ ਉਸ ਮੁੱਢਲੀ ਜੰਗ ਦੇ ਵਿੱਚ ਆਰੋਪੀ ਸੀ ਗ੍ਰੰਥੀ ਸਿੰਘ ਸੀਗੇ, ਕੀਰਤਨ ਕਰਨ ਵਾਲੇ ਸੀਗੇ, ਉਹਨਾਂ ਨੂੰ ਬਰਖਾਸਤ ਕੀਤਾ ਗਿਆ। ਪਰ ਦੂਸਰੇ ਪਾਸੇ ਇਹ ਵੀ ਨਾਲ ਕਿਹਾ ਗਿਆ ਹੈ ਕਿ ਜਿੱਡੀ ਗਲਤੀ ਇੱਥੇ ਹੋਈ ਹੈ ਸਾਡੀ ਕਮੇਟੀ ਦੇ ਅੰਦਰ ਵੀ ਹੋਈ ਹੈ, ਕਮੇਟੀ ਦੀਆਂ ਕਮੀਆਂ ਵੀ ਰਹੀਆਂ ਹੋਣਗੀਆਂ, ਅਸੀਂ ਜੋ ਵੀ ਧਾਰਮਿਕ ਸਜ਼ਾ ਸਾਡੀ ਲਾਉਣਗੇ ਜਥੇਦਾਰ ਸਾਹਿਬ ਅਸੀਂ ਉਹ ਸਜ਼ਾ ਭੁਗਤਣ ਨੂੰ ਤਿਆਰ ਆ। ਪਰ ਸਭ ਤੋਂ ਵੱਡੀ ਸਟੇਟਮੈਂਟ ਇਹੀ ਹੈ ਕਿ ਗੁਰਦੁਆਰਾ ਸਾਹਿਬ ਸਾਡੇ ਮੁਹੱਲੇ ਵਾਲਿਆਂ ਦਾ, ਸਾਡੇ ਬਠਿੰਡਾ ਦੇ ਲੋਕਾਂ ਦਾ, SGPC ਦਾ ਕੋਈ ਦਖਲ ਨਹੀਂ ਹੈ। ਤਾਂ SGPC ਦੇ ਅੰਡਰ ਕਰਨ ਨੂੰ ਲੈ ਕੇ ਕਿਤੇ ਨਾ ਕਿਤੇ ਦਬਾਅ ਹੈ ਜਿਹੜਾ ਉਹਨਾਂ ਤੇ ਬਣਾਇਆ ਜਾ ਰਿਹਾ, ਜਿਸ ਨੂੰ ਲੈ ਕੇ ਲੋਕ ਸੀ ਇਕੱਠਾ ਹੋ ਕੇ ਬਕਾਇਦਾ ਮਤਾ ਪਾ ਕੇ ਔਰ ਇਸ ਨੂੰ ਇਕਜੁੱਟਤਾ ਦਿਖਾਈ ਗਈ ਹੈ ਸਾਰੇ ਉਸ ਮਹੱਲਾ ਵਾਸੀਆਂ ਵੱਲੋਂ। ਗੌਰਵ ਠੀਕ ਹੈ, ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਇਕਜੁੱਟਤਾ ਦਾ ਜ਼ਿਕਰ ਜ਼ਰੂਰ ਹੋ ਰਿਹਾ, ਪਰ ਜਥੇਦਾਰ ਸਾਹਿਬ ਦੇ ਵੱਲੋਂ ਜਿਸ ਤਰੀਕੇ ਨਾਲ ਟਿੱਪਣੀ ਕਰ ਦਿੱਤੀ ਗਈ ਉਹ ਜ਼ਰੂਰ ਇੱਕ ਵੱਡਾ ਸਵਾਲ ਹੈ। ਸਾਡੇ ਨਾਲ ਇਸ ਸਮੇਂ SGPC ਦੇ ਜਨਰਲ ਸਕੱਤਰ ਜੁੜ ਰਹੇ ਨੇ ਗੁਰਚਰਨ ਸਿੰਘ ਗਰੇਵਾਲ ਜੀ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਜੋ ਬਠਿੰਡਾ ਦੇ ਵਿੱਚ ਦੋ ਕੁੜੀਆਂ ਦਾ ਆਪਸ ਦੇ ਵਿੱਚ ਵਿਆਹ ਹੋਇਆ, ਜਥੇਦਾਰ ਸਾਹਿਬ ਦੇ ਵੱਲੋਂ ਉਸ ਪੂਰੇ ਮਾਮਲੇ ਦੇ ਵਿੱਚ ਇੱਕ ਤਰੀਕੇ ਨਾਲ ਐਕਸ਼ਨ ਕੀਤਾ ਗਿਆ, ਪਰ ਦੂਜੇ ਪਾਸੇ ਜਿਹੜੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਪ੍ਰਬੰਧਕ ਨੇ ਉਹ SGPC ਦੇ ਉੱਤੇ ਇਲਜ਼ਾਮ ਲਗਾ ਰਹੇ ਨੇ, ਕਹਿੰਦੇ ਆਪਣੇ ਅਧੀਨ ਲੈ ਕੇ ਆਉਣਾ ਚਾਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ, ਦਬਾਅ ਪਾਇਆ ਜਾ ਰਿਹਾ ਹੈ ਇਸ ਪੂਰੇ ਮਾਮਲੇ ਨੂੰ ਆਧਾਰ ਬਣਾ ਕੇ ਸਾਡੇ ਉੱਤੇ ਦਖਲਅੰਦਾਜ਼ੀ SGPC ਕਰ ਰਹੀ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ। ਦੇਖੋ ਜੀ, ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਤੇ ਦਬਾਅ ਪਾ ਕੇ ਕਿਸੇ ਗੁਰਦੁਆਰੇ ਤੇ ਕਬਜ਼ਾ ਨਹੀਂ ਕਰਦੀ ਜੀ। ਸ਼੍ਰੋਮਣੀ ਕਮੇਟੀ ਇਤਿਹਾਸਕ ਗੁਰਦੁਆਰੇ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਕਰਦੀ ਆ, ਤੇ ਜੇ ਕੋਈ ਗੁਰਦੁਆਰਾ ਸਾਹਿਬ ਕੋਈ ਕਮੇਟੀ ਸਾਨੂੰ ਲਿਖ ਕੇ ਦੇਵੇ ਕਿ ਸਾਡੇ ਤੋਂ ਪ੍ਰਬੰਧ ਨਹੀਂ ਚੱਲਦਾ, ਤੇ ਸ਼੍ਰੋਮਣੀ ਕਮੇਟੀ ਉੱਥੇ ਗੁਰਦੁਆਰੇ ਦਾ ਪ੍ਰਬੰਧ ਸਾਂਭਦੀ। ਇੱਕ ਗੱਲ ਕਲੀਅਰ ਕਰਦੀ। ਤੇ ਇਹ ਲੋਕ ਜਿਨ੍ਹਾਂ ਨੇ ਗਲਤੀ ਕੀਤੀ ਆ, ਜਿਨ੍ਹਾਂ ਨੇ ਏਡਾ ਵੱਡਾ ਮਤਲਬ ਸਿਰਫ ਪੈਸੇ, ਮੈਂ ਅੱਜ ਬੋਲਣਾ ਚਾਹੁੰਦਾ ਕਿ ਇਹਨਾਂ ਨੂੰ ਪੂਰਾ ਪਤਾ ਸੀ, ਇਹ ਅਕਲ ਇਹਨਾਂ ਨੂੰ ਪੂਰੀ ਆ, ਸੁਰਤ ਪੂਰੀ ਆ, ਸਿਰਫ ਤੇ ਸਿਰਫ ਇਹਨਾਂ ਨੇ ਪੈਸੇ ਦੇ ਕਰਕੇ ਇਹ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਤੇ ਉਹ ਗ੍ਰੰਥੀ ਸਿੰਘ ਨੇ ਤੇ ਉਹ ਰਾਗੀ ਸਿੰਘ ਨੇ ਸਿਰਫ ਪੈਸੇ ਦੇ ਲਾਲਚ 'ਚ ਆ ਕੇ ਜਿਹੜਾ ਮਰਿਆਦਾ ਦੀ ਭੰਗੜਾ ਕੀਤੀ ਆ। ਇਹ ਬੰਦੇ ਦੋਸ਼ੀ ਨੇ। ਇਹ ਆਪਣੇ ਆਪ ਨੂੰ ਇਸ ਗੱਲ ਲਈ ਸਮਝਣ ਦੀ ਕੋਸ਼ਿਸ਼ ਕਰਨ, ਬੇਲੋੜਾ ਸ਼੍ਰੋਮਣੀ ਕਮੇਟੀ ਦੇ ਇਲਜ਼ਾਮ ਨਾ ਲਾਉਣ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਹੁਕਮ ਆਇਆ, ਉਸ ਹੁਕਮ ਨੂੰ ਮੰਨ ਲੈਣ, ਤੇ ਨਹੀਂ ਤਾਂ ਇਹਨਾਂ ਦਾ ਲੋਕ ਇਹਨਾਂ ਦੇ ਖਿਲਾਫ ਹੋ ਜਾਣਗੇ। ਜਿਹੜੇ ਪ੍ਰਬੰਧਕ ਆ ਇਹਨਾਂ ਨੂੰ ਇੱਥੇ ਰਹਿਣ ਨਹੀਂ ਦੇਣਗੇ, ਕਿਉਂਕਿ ਮਰਿਆਦਾ ਦੀ ਉਲੰਘਣਾ ਕੀਤੀ ਇਹਨਾਂ ਨੇ। ਸ਼੍ਰੋਮਣੀ ਕਮੇਟੀ ਦਾ ਬਿਲਕੁਲ ਕੋਈ ਮਤਲਬ ਨਹੀਂ, ਨਾ ਅਸੀਂ ਕਬਜ਼ਾ ਕਰਨਾ ਚਾਹੁੰਦੇ ਆ। ਨਹੀਂ, ਚਲੋ ਗਰੇਵਾਲ ਸਾਹਿਬ ਇਹ ਸਮਝਾ ਦਿਓ ਕਿ SGPC ਇਸ ਪੂਰੇ ਮਾਮਲੇ 'ਚ ਕੋਈ ਐਕਸ਼ਨ ਕਰ ਰਹੀ ਹੈ ਜਾਂ ਨਹੀਂ ਕਰ ਰਹੀ? ਉਸ ਗੁਰਦੁਆਰਾ ਸਾਹਿਬ ਨੂੰ ਲੈ ਕੇ ਤੁਸੀਂ ਕੋਈ ਕਦਮ ਚੁੱਕ ਰਹੇ ਹੋ ਜਾਂ ਨਹੀਂ ਚੁੱਕ ਰਹੇ? SGPC ਨੇ ਤਾਂ ਕਰਨਾ ਹੀ ਨਹੀਂ ਕੁਝ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਹਿਤਾ ਜੀ ਕਿ ਇਸ ਗੁਰਦੁਆਰੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਅਖੰਡ ਪਾਠ ਸਾਹਿਬ, ਕੋਈ ਆਨੰਦ ਕਾਰਜ, ਕੋਈ ਵੀ ਸਰਗਰਮੀ ਨਹੀਂ ਹੋਏਗੀ ਜਿੰਨੀ ਦੇਰ ਤੱਕ ਜਿਹੜੀ ਕਮੇਟੀ ਬਣੀ ਆ ਉਹਨਾਂ ਕੋਲੇ ਪੇਸ਼ ਨਹੀਂ ਹੁੰਦੇ। ਜਿਹੜੇ ਗ੍ਰੰਥੀ ਆ ਤੇ ਜਿਹੜੇ ਰਾਗੀ ਆ ਉਹ ਪੇਸ਼ ਹੋ ਕੇ ਆਪ ਦਾ ਪੱਖ ਨਹੀਂ ਦੱਸਦੇ, ਸਜ਼ਾ ਨਹੀਂ ਲਵਾਉਂਦੇ ਜੋ ਵੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਆ। ਇਹ ਤਾਂ ਇੱਕ ਆਮ ਬੱਚਾ ਵੀ ਸਮਝਦਾ ਇਹਨਾਂ ਗੱਲਾਂ ਨੂੰ। ਇਹ ਗਲਤ ਬੋਲ ਰਹੇ ਨੇ। ਮੈਂ ਜੇ ਇਹਨਾਂ ਦੇ ਲਈ ਭਾਸ਼ਾ ਮਾੜੀ ਵਰਤਾਂ ਤੇ ਮੈਂ ਕਹਾਂਗਾ ਬਕਵਾਸ ਕਰ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਕਰ ਰਹੀ। ਸ਼੍ਰੋਮਣੀ ਕਮੇਟੀ ਨੂੰ ਕੋਈ ਲੋੜ ਨਹੀਂ, ਸ਼੍ਰੋਮਣੀ ਕਮੇਟੀ ਕਿਸੇ ਦੇ ਗੁਰਦੁਆਰੇ ਤੇ ਕਬਜ਼ਾ ਨਹੀਂ ਕਰਦੀ। ਠੀਕ ਹੈ, ਇਹ ਸਿਰਫ ਆਪਣੇ ਆਪ ਨੂੰ ਬਚਾਉਣ ਵਾਸਤੇ ਕਰ ਰਹੇ ਨੇ। ਗਲਤੀ ਕੀਤੀ ਹੈ ਇਹਨਾਂ ਨੇ, ਸਿੱਖ ਪੰਥ ਦੀ ਮਰਜ਼ਾਦਾ ਦੀ ਉਲੰਘਣਾ ਕੀਤੀ ਹੈ ਇਹਨਾਂ ਨੇ ਜੀ। ਠੀਕ ਹੈ, ਬਹੁਤ ਸਖਤੀ ਨਾਲ ਇਹਨੂੰ ਨਜਿੱਠਿਆ ਜਾਣਾ ਚਾਹੀਦਾ। ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਜੋ ਹੁਕਮ ਹੈ ਉਸ ਲਈ ਸੰਗਤ ਨੂੰ ਅਪੀਲ ਕਰਾਂਗੇ ਕਿ ਸੰਗਤ ਇਸ ਵਿੱਚ ਸਹਿਯੋਗ ਕਰੇ। ਠੀਕ ਹੈ ਗਰੇਵਾਲ ਸਾਹਿਬ, ਧੰਨਵਾਦ। ਉਮੀਦ ਹੈ ਕਿ ਤੁਹਾਡੀ ਸਟੇਟਮੈਂਟ ਔਰ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਪ੍ਰਬੰਧਕਾਂ ਤੱਕ ਪਹੁੰਚ ਗਿਆ ਹੋਵੇਗਾ। ਦਰਅਸਲ ਪ੍ਰਬੰਧਕ ਹੁਣ ਇਸ ਦੇ ਉੱਤੇ ਕੀ ਕਹਿੰਦੇ ਨੇ, ਉਸ ਦੇ ਉੱਤੇ ਵੀ ਨਜ਼ਰ ਰਹੇਗੀ। ਔਰ ਫਿਲਹਾਲ ਦੇ ਲਈ ਗਰੇਵਾਲ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਦੋ ਕੁੜੀਆਂ ਦਾ ਵਿਆਹ ਗੁਰਦੁਆਰਾ ਸਾਹਿਬ ਦੇ ਅੰਦਰ ਹੋਇਆ, ਉਸ ਨੂੰ ਲੈ ਕੇ ਜ਼ਰੂਰ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ। ਜਥੇਦਾਰ ਸਾਹਿਬ ਦੇ ਵੱਲੋਂ ਇੱਕ ਸਬ ਕਮੇਟੀ ਤੱਕ ਬਣਾ ਦਿੱਤੀ ਗਈ ਇਸ ਪੂਰੇ ਇਸ਼ੂ ਦੇ ਵਿੱਚ, ਪਰ ਗੁਰਦੁਆਰਾ ਕਲਗੀਧਰ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਸ ਪੂਰੇ ਮਾਮਲੇ 'ਚ ਇੱਕ ਨਵਾਂ ਮੋੜ ਲੈ ਕੇ ਆ ਰਹੇ ਨੇ, ਜਾਂ ਕਹੀਏ ਕਿ ਇਲਜ਼ਾਮ ਲਗਾ ਰਹੇ ਨੇ
कि एसजीपीसी दखलअंदाजी कर रही है और साडे कोल जथेदार साहब दे कोई हुण तक लिखती हुक्म नहीं पहुंचे।